ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਦੋ ਮੁੱਦਿਆਂ ਤੇ ਮੁੱਖ ਤੌਰ ਤੇ ਗੱਲ ਕਰਾਂਗੇ। ਇੱਕ ਤਾਂ ਪੰਜਾਬ ਦੇ ਨਵੇਂ ਕਾਲਜਾਂ ਲਈ ਪੀਟੀਏ ਫੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਕਿਵੇਂ ਭਾਜਪਾ ਵੱਲੋਂ ਮੋਦੀ ਦਾ ਅਕਸ ਸੁਧਾਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਪੰਜਾਬ ਸਰਕਾਰ ਵੱਲੋਂ ਜਿਹੜਾ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ। 4.5 ਸਾਲ ਪੂਰੇ ਹੋਣ ਨੂੰ ਹੈਗੇ ਆ, ਉਹਨਾਂ 'ਚ ਕਿੰਨੇ ਕੁ ਜਿਹੜੇ ਵਾਅਦੇ ਪੂਰੇ ਹੋਏ ਨੇ ਇਹ ਤਾਂ ਸਭ ਦੇ ਸਾਹਮਣੇ ਹੀ ਹੈ। ਪਰ ਇਹਦੇ ਨਾਲ ਜੇਕਰ ਹੁਣ ਗੱਲ ਕਰੀਏ, ਪੰਜਾਬ ਸਰਕਾਰ ਨੇ ਸੂਬੇ ਦੇ ਕਾਲਜਾਂ ਨਵੇਂ ਕਾਲਜਾਂ ਦੀ ਉਸਾਰੀ ਲਈ ਜਿਹੜਾ ਹੈਗਾ ਪੀਟੀਏ ਫੰਡਾਂ ਦੀ ਮੰਗ ਕੀਤੀ ਹੈ। ਇਹਨਾਂ ਨੇ ਕਾਲਜਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 8 ਕਾਲਜਾਂ ਨੂੰ ਜਿਹੜਾ ਹੈਗਾ 5-5 ਲੱਖ ਰੁਪਏ ਪੀਟੀਏ ਫੰਡਾਂ ਦਾ ਦੇਣ ਲਈ ਕਿਹਾ ਹੈ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਇਹ ਹੈ ਕਿ ਇਹ ਮਤਲਬ ਸਿੱਖਿਆ ਦਾ ਬਹੁਤ ਬੜਾ ਕ੍ਰਾਈਸਿਸ ਹੈ, ਸੰਕਟ ਹੈ। ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਗੌਰਮੈਂਟਾਂ ਜਿਹੜੀਆਂ ਨੇ ਉਹ ਵਿੱਦਿਆ ਦੇ ਖੇਤਰ 'ਚੋਂ, ਸਿਹਤ ਦੇ ਖੇਤਰ 'ਚੋਂ ਆਪਣਾ ਪੈਰ ਖਿੱਚ ਰਹੀਆਂ ਨੇ। ਸਿਹਤ ਦੇ ਖੇਤਰ ਤੋਂ ਪੈਰ ਖਿੱਚਣ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ, ਜੋ ਕਰੋਨਾ ਦੇ ਤੌਰ 'ਤੇ ਜਿਵੇਂ ਸਰਕਾਰ ਹੈ ਹੀ ਨਹੀਂ ਹੈ, ਲਾਚਾਰ ਹੈ। ਉਸੇ ਤਰ੍ਹਾਂ ਵਿੱਦਿਆ ਦੇ ਖੇਤਰ ਦੇ ਵਿੱਚੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਗੌਰਮੈਂਟ ਕਾਲਜ ਜਿਹੜੇ 49 ਗੌਰਮੈਂਟ ਕਾਲਜ ਸੀ, ਉਹਨਾਂ ਗੌਰਮੈਂਟ ਕਾਲਜਾਂ ਦੇ ਵਿੱਚ ਲਗਾਤਾਰ ਜਿਹੜੀ ਰੈਗੂਲਰ ਭਰਤੀ ਹੁੰਦੀ ਹੈ, ਜਿਹੜਾ ਰਿਟਾਇਰ ਹੋ ਗਿਆ, ਰੈਗੂਲਰ ਭਰਤੀ 1996 ਤੋਂ ਨਹੀਂ ਹੋਈ ਬਿਲਕੁਲ ਹੀ। ਉੱਥੇ ਬਹੁਤਾ ਸਟਾਫ ਹੁਣ ਜਿਹੜਾ ਹੈਗਾ ਉਹ ਗੈਸਟ ਫੈਕਲਟੀ ਦਾ। ਗੈਸਟ ਫੈਕਲਟੀ ਨੂੰ ਜਿਹੜੀ ਤਨਖਾਹ ਵੀ ਗੌਰਮੈਂਟ ਨਹੀਂ ਦੇ ਰਹੀ, ਗੌਰਮੈਂਟ ਕੇਵਲ 10,000 ਰੁਪਈਆ ਦੇ ਰਹੀ ਹੈ। ਉਹਨਾਂ ਨੂੰ ਟੋਟਲ 21,600 ਮਿਲਦਾ ਹੈ। ਜਿਹੜਾ 10,600 11,600 ਮਿਲਦਾ ਹੈ ਉਹ ਪੀਟੀਏ ਫੰਡ 'ਚੋਂ ਮਿਲਦਾ। ਪੀਟੀਏ ਫੰਡ ਉਹ ਹੈ ਜਿਹਨੂੰ ਪੇਰੈਂਟਸ ਟੀਚਰਜ਼ ਐਸੋਸੀਏਸ਼ਨ ਕਹਿ ਦਿੰਦੇ ਨੇ। ਉਹਨਾਂ ਦਾ ਫੰਡ ਮਤਲਬ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਦੇ ਵਿੱਚੋਂ ਜਿਹੜਾ ਫੰਡ ਇਕੱਠਾ ਕੀਤਾ ਜਾਂਦਾ ਉਹਦੇ ਤੇ। ਸਭ ਤੋਂ ਪਹਿਲੀ ਗੱਲ ਤਾਂ ਜੇ ਦੇਖਿਆ ਜਾਏ ਪਾਲਿਸੀ ਪੱਧਰ ਤੇ, ਪੀਟੀਏ ਫੰਡ ਲਾਜ਼ਮੀ ਲੈਣਾ ਆਪਣੇ ਆਪ ਦੇ ਵਿੱਚ ਹੀ ਵਿਦਿਆਰਥੀਆਂ ਨਾਲ ਧੋਖਾ ਹੈ ਤੇ ਗੌਰਮੈਂਟ ਦੀ ਪਾਲਿਸੀ ਦਾ ਇੱਕ ਫਰਾਡ ਹੈ ਲੋਕਾਂ ਦੇ ਨਾਲ ਸਿੱਧਾ ਹੀ। ਉਹਦਾ ਕਾਰਨ ਇਹ ਹੈ ਕਿ ਜਿਹੜੇ ਬੰਦੇ ਗੌਰਮੈਂਟ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਨੇ, ਸਰਕਾਰੀ, ਤਾਂ ਸਰਕਾਰੀ ਸੰਸਥਾਵਾਂ 'ਚ ਕੰਮ ਕਰਨ ਵਾਲੇ ਬੰਦਿਆਂ ਦੀਆਂ ਤਨਖਾਹਾਂ ਗੌਰਮੈਂਟ ਦੇ ਬਜਟ 'ਚੋਂ ਕਿਉਂ ਨਹੀਂ ਜਾਂਦੀਆਂ? ਗੌਰਮੈਂਟ ਸ਼ਾਬਾਸ਼ ਲੈਂਦੀ ਹੈ ਕਿ ਮੈਂ ਸੰਸਥਾ ਚਲਾ ਰਹੀ ਹਾਂ, ਜਦ ਕਿ ਉਹ ਲੋਕਾਂ ਦੀਆਂ ਜੇਬਾਂ 'ਚੋਂ ਚੱਲ ਰਿਹਾ। ਅਗਲੀ ਗੱਲ ਇਹ ਹੈ ਕਿ ਇਹਨਾਂ ਕਾਲਜਾਂ ਦੇ ਵਿੱਚ ਬਹੁਤ ਗਰੀਬ ਲੋਕਾਂ ਦੇ ਬੱਚੇ ਆਉਂਦੇ ਨੇ, ਜਿਨ੍ਹਾਂ ਨੂੰ ਵੈਸੇ ਤਾਂ ਤੁਸੀਂ ਮੈਨੀਫੈਸਟੋ 'ਚ ਲਿਖਦੇ ਹੋ ਤੇ ਐਲਾਨ ਵੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿ PhD ਤੱਕ ਕੁੜੀਆਂ ਦੀ ਜਿਹੜੀ ਵਿੱਦਿਆ ਉਹ ਫ੍ਰੀ ਹੋਏਗੀ। ਉਹ ਘਟਾ ਕੇ ਹੁਣ ਹੌਲੀ ਹੌਲੀ BA ਤੱਕ ਚਲੀ ਗਈ, PhD ਤੱਕ ਬਾਕੀ ਗੱਲ ਹੋ ਗਈ ਹੈ। ਤੇ ਅਸੀਂ ਦੂਜੇ ਪਾਸੇ ਇਹ ਕਹਿ ਰਹੇ ਹਾਂ ਕਿ ਜਿਹੜੇ ਦਲਿਤ ਵਿਦਿਆਰਥੀ ਨੇ ਉਹਨਾਂ ਨੂੰ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਿੰਦੇ ਹਾਂ। ਹਾਲਾਂਕਿ ਉਹ ਡਿਕਡੋਲੇ ਖਾਂਦੀ 4 ਸਾਲਾਂ ਤੋਂ, ਜੋ ਉਹਦਾ ਹਾਲ ਹੈ ਸਭ ਨੂੰ ਪਤਾ ਹੈ। ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਫੀਸ ਨਹੀਂ ਭਰ ਸਕਦੇ, ਪਰ ਫਿਰ ਉਹਨਾਂ ਦੇ ਮਾਪੇ ਪੀਟੀਏ ਫੰਡ ਕਿਵੇਂ ਦੇ ਸਕਦੇ ਨੇ? ਪੀਟੀਏ ਫੰਡ ਸ਼ੁਰੂ ਤੋਂ ਸਵੈਛਿਕ ਫੰਡ ਸੀ, ਜਿਨ੍ਹਾਂ ਨੂੰ ਉਹਨਾਂ ਨੇ ਲਾਜ਼ਮੀ ਬਣਾਤਾ, ਬੱਚਿਆਂ ਦੇ ਗਲ ਗੂਠਾ ਦਿੱਤਾ, ਉਹਨਾਂ ਦੇ ਮਾਂ-ਬਾਪਾਂ ਦੇ ਗਲ ਗੂਠਾ ਦਿੱਤਾ। ਪਹਿਲਾਂ ਤਾਂ ਪਾਲਿਸੀ ਲੈਵਲ ਤੇ ਪੀਟੀਏ ਆਪਣੇ ਆਪ 'ਚ ਫਰਾਡ ਹੈ। ਦੂਜੀ ਗੱਲ ਇਹ ਹੈ ਕਿ ਫਿਰ ਪੀਟੀਏ ਦੇ ਸਹਾਰੇ ਤੁਸੀਂ ਹੁਣ ਉਹਨਾਂ ਕਾਲਜਾਂ 'ਚ ਜਿੱਥੇ ਕਿਤੇ ਮਾੜਾ ਮੋਟਾ ਹੈ ਸੀ, ਜੇ 49 ਕਾਲਜਾਂ 'ਚੋਂ ਦੇਖੋ ਤਾਂ ਕਈ ਕਾਲਜ, 5 ਕਾਲਜਾਂ ਨੂੰ ਤਾਂ ਪਹਿਲਾਂ ਡਿਪਾਰਟਮੈਂਟ ਹੀ ਬੰਦ ਕਰਨ ਦੇ ਕਗਾਰ ਤੇ ਖੜੇ ਸੀ ਉਹ, ਜਿਵੇਂ ਜੀਰੇ ਵਰਗੇ ਕਾਲਜ, ਕਾਲੇ ਅਫਗਾਨੇ ਵਰਗੇ ਕਾਲਜ, ਕਿੰਨੇ ਹੀ ਹੋਰ ਕਾਲਜ ਸੀ ਜਿੱਥੇ ਬੱਚੇ ਹੀ ਨਹੀਂ ਜਾ ਰਹੇ ਪੇਂਡੂ ਕਾਲਜਾਂ ਦੇ ਵਿੱਚ ਹੁਣ ਉਹ ਸ਼ਹਿਰ ਐਜੂਕੇਸ਼ਨ 'ਚ। ਕਿਉਂਕਿ ਬਹੁਤਾ ਪੰਜਾਬ ਦਾ ਜਿਹੜਾ ਮਿਡਲ ਕਲਾਸ ਦਾ ਬੱਚਾ ਹੈ ਉਹ ਤਾਂ ਫੋਰਨ ਚਲਾ ਜਾ ਰਿਹਾ ਆਈਲੈਟਸ ਕਰਕੇ, ਉਹ ਤਾਂ ਇਹਨਾਂ ਕਾਲਜਾਂ 'ਚ ਜਾ ਨਹੀਂ ਰਿਹਾ। ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਰਹਿੰਦੇ ਨੇ, ਉਹਦੇ ਕੋਲ ਨਹੀਂ ਹੈ ਪੈਸਾ। ਯੂਨੀਵਰਸਿਟੀਆਂ ਮਾਰ ਰਹੇ ਹੋ, ਕਾਲਜ ਮਾਰ ਰਹੇ ਹੋ ਤੁਸੀਂ। ਇਹਨਾਂ ਕਾਲਜਾਂ 'ਚ ਤਾਂ ਇੱਕ ਹੋਰ ਇੰਪੋਰਟੈਂਟ ਗੱਲ ਇਹ ਹੈ, ਇਕੱਲਾ ਇਹ 5 ਲੱਖ ਨਹੀਂ ਮੰਗ ਰਹੇ, ਇਹ ਨਾਲ ਇਹਨਾਂ ਹੀ ਕਾਲਜਾਂ ਦਾ ਸਟਾਫ ਮੰਗ ਰਹੇ ਨੇ। ਤੇ ਇਹਨਾਂ ਹੀ ਕਾਲਜਾਂ ਦਾ ਸਟਾਫ ਜਿਹੜੇ 'ਚ ਤੁਸੀਂ ਭਰਤੀ ਕਦੇ ਨਹੀਂ ਕੀਤਾ। ਇਦੋਂ ਪਹਿਲਾਂ ਹੀ ਇਹਨਾਂ ਗੌਰਮੈਂਟ ਕਾਲਜਾਂ ਕੋਲ ਇੱਕ ਕਾਲਜ ਦੇ ਪ੍ਰਿੰਸੀਪਲ ਕੋਲ 6-6 ਕਾਲਜਾਂ ਦਾ ਚਾਰਜ ਹੈ। ਮਤਲਬ ਰੈਗੂਲਰ ਪ੍ਰਿੰਸੀਪਲ ਲਾਉਣ ਲਈ ਤੁਹਾਡੇ ਕੋਲ ਬੰਦੇ ਨਹੀਂ ਬਚੇ। ਤੇ ਤੁਸੀਂ ਉਹ ਕਹਿੰਦੇ ਉਹੀ ਪੈਸੇ ਦਾ ਜਿਹੜਾ ਪੀਟੀਏ 'ਚੋਂ ਆ ਰਿਹਾ ਹੈ, ਉਹਨਾਂ ਤੋਂ ਪਸੰਦਾਂ ਮੰਗੀਆਂ ਗਈਆਂ ਨੇ ਬਾਕੀ ਤੋਂ ਕਿ ਤੁਸੀਂ ਆਪਣੀ ਆਪਣੀ ਪਸੰਦ ਦੇ ਦਿਓ। ਜੇ ਕੋਈ ਨੇੜਲੇ ਕਾਲਜ ਜਾਣਾ ਚਾਹੁੰਦਾ ਨਾ ਚਲਾ ਜਾਓ। ਨਾਲ ਦੀ ਨਾਲ ਇਹ ਵੀ ਹੈ ਕਿ ਇਹ ਕਾਲਜ ਸ਼ੁਰੂ ਕਰ ਦਿਓ, ਕਾਲਜ ਸ਼ੁਰੂ ਕਰਕੇ ਉਸੇ ਕਾਲਜ ਦੇ ਵਿੱਚ ਕਰ ਦਿਓ, ਚਾਹੇ ਕਲਾਸਾਂ ਲਾਉਣੀਆਂ ਸ਼ੁਰੂ ਇੱਕ ਨਵੇਂ ਕਾਲਜ ਦੀਆਂ, ਤੇ ਨਾ ਜਾਂ ਕੋਈ ਨੇੜੇ ਦੀ ਕੋਈ ਹੋਰ ਬਿਲਡਿੰਗ ਵਾਧੂ ਪਈ ਆ ਉੱਥੇ ਬਿਲਡਿੰਗ ਬਣਦੀ ਰਹੂਗੀ।
ਅਸਲ ਦੇ ਵਿੱਚ ਇਹ ਮਾਇਆ ਦਾ ਇੱਕ ਖੇਡ ਹੈ ਕਿ ਹੌਲੀ ਹੌਲੀ ਜਿਹੜਾ ਇੱਕ ਬੈਕਵਰਡ ਬਲਾਕਾਂ ਦੇ ਵਿੱਚ ਕਾਲਜ ਖੋਲ੍ਹਣ ਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਸਿਸਟਮ ਸੀਗਾ, ਪੈਸੇ ਮੌਕੇ ਤੇ ਨਹੀਂ ਆਉਂਦੇ, ਪਹਿਲਾਂ ਖਰਚੇ ਕੀਤੇ ਜਾਣਗੇ ਫਿਰ ਆਉਣਗੇ, ਫਿਰ ਉਹ ਨਵੀਆਂ ਬਿਲਡਿੰਗਾਂ ਉਸਾਰੋਗੇ। ਬਿਲਡਿੰਗਾਂ ਦੇ ਵਿੱਚ ਜਿੰਨਾ ਪੈਸਾ ਕਰਪਸ਼ਨ ਦੇ ਥਰੂ ਚਲਾ ਜਾ ਸਕਦਾ ਉਹਨਾਂ ਕਿਸੇ ਹੋਰ ਚੋਂ ਕਰਪਸ਼ਨ ਨਹੀਂ ਆਉਂਦੀ। ਇਸ ਕਰਕੇ ਇਹ ਹੈ ਕਿ ਤੁਸੀਂ ਬਰਬਾਦੀ ਦੇ ਦੌਰ ਦੇ ਵਿੱਚ ਚੱਲ ਰਹੇ ਹੋ ਇਸ ਪਾਸੇ ਵੱਲ। ਅਗਲੀ ਗੱਲ ਇਹ ਹੈ ਕਿ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਰਹੀ ਹੈ ਉਹ ਪਾਲਿਸੀ ਵੈਸੇ ਹੀ ਬਰਬਾਦ ਕਰ ਦੇਗੀ। ਜਿਹੜੇ ਕਾਲਜ 'ਚ ਬੱਚੇ ਥੋੜ੍ਹੇ ਨੇ ਉਹ ਕਾਲਜ ਵੈਸੇ ਹੀ ਬੰਦ ਹੋ ਜਾਣੇ ਨੇ, ਅਤੇ ਜਦੋਂ ਇੰਡੀਪੈਂਡੈਂਟ ਕਾਲਜ ਤੁਸੀਂ ਯੂਨੀਵਰਸਿਟੀ ਦੇ ਅਫੀਲੀਏਸ਼ਨਾਂ ਬੰਦ ਕਰਤੀਆਂ ਤਾਂ ਵੀ ਉਹ ਕਾਲਜ ਕ੍ਰਾਈਸਿਸ 'ਚ ਆਉਣਗੇ। ਤੁਸੀਂ ਆਪਣੇ ਪੱਧਰ 'ਤੇ ਕਾਲਜਾਂ ਦੇ ਗਿਰਾਵਟ ਆਈ ਹੈ ਜਿਹੜੀ ਪੜ੍ਹਾਈ ਦੇ ਵਿੱਚ, ਜਿਹੜਾ ਰੈਗੂਲਰ ਸਟਾਫ ਨਾ ਹੋਣ ਦੇ ਵਿੱਚ, ਜਿਹੜੇ ਫੰਡ ਤੁਸੀਂ ਲੋਕਾਂ 'ਤੇ ਬੋਝ ਪਾ ਕੇ ਕਰਦੇ ਹੋ ਆਪਣੇ ਬਜਟ 'ਚੋਂ ਨਹੀਂ ਦੇ ਰਹੇ, ਉਹਦੇ 'ਤੇ ਰਿਵਿਊ ਕਰਨ ਦੀ ਬਜਾਏ, ਉਹਦੇ 'ਤੇ ਸੋਚਣ ਦੀ ਬਜਾਏ ਤੁਸੀਂ ਭਾਰ ਮੋੜ ਮੋੜ ਕੇ ਆਮ ਲੋਕਾਂ 'ਤੇ ਪਾਉਣ ਦੀ ਗੱਲ ਕਰਦੇ ਹੋ। ਜੇ 8 ਕਾਲਜਾਂ 'ਚੋਂ ਤੁਸੀਂ 5-5 ਲੱਖ ਲੈ ਲਿਆ, ਕਿੰਨੇ ਪੈਸੇ ਬਣਨਗੇ? 40 ਲੱਖ। 40 ਲੱਖ ਦੇ ਵਿੱਚ ਤਾਂ ਅੱਜ ਕੱਲ੍ਹ 2 ਕਮਰੇ ਨਹੀਂ ਪੈਂਦੇ ਕਿਤੇ। ਜਿੱਥੇ ਵੀ ਜਾ ਕੇ ਤੁਸੀਂ ਪਾਓਗੇ, ਜਿੱਥੇ ਕਾਲਜ ਖੜੇ ਕਰੋਗੇ, ਤੁਸੀਂ 10 ਕਾਲਜ ਖੋਲ੍ਹਣੇ ਨੇ। ਇਹ ਕਿਹਨੂੰ ਸਿਖਾ ਰਹੇ ਹੋ ਕਿ ਲੋਕਾਂ ਦੇ ਵਿੱਚ ਸਰਵੈਂਟ ਕੁਆਟਰਾਂ 'ਤੇ ਲੋਕ 10-10, 20-20, 30-30 ਲੱਖ ਰੁਪਇਆ ਖਰਚ ਹੋਣ ਲੱਗ ਗਏ, ਅਤੇ ਤੁਸੀਂ ਇੱਕ ਨਵਾਂ ਹੋਰ ਬੰਝ ਕੱਢ ਰਹੇ ਹੋ ਨਵਾਂ ਕਰਜ਼ਾਈ ਕਰਨ ਦੇ ਲਈ। ਫਿਰ ਤੁਸੀਂ ਹੋਰ ਪ੍ਰੈਸ਼ਰ ਪਾਓਗੇ ਉਹਨਾਂ ਬੱਚਿਆਂ 'ਤੇ ਕਿ ਫੰਡ ਘਟ ਗਏ, ਇਹਨਾਂ ਕਾਲਜਾਂ 'ਚ ਫੀਸਾਂ ਵਧਾਓ, ਪੀਟੀਏ ਫੰਡ ਵਧਾ ਦਿਓ ਜੇ ਫੀਸਾਂ ਨਹੀਂ ਵਧਾਉਣੀਆਂ, ਹੋਰ ਨਵਾਂ ਬੋਝ ਪਾਓਗੇ ਲੋਕਾਂ ਦੇ ਜਿਹੜੇ ਜੇਬਾਂ ਦੇ ਉੱਤੇ। ਅਤੇ ਇਹ ਕਿਸੇ ਵੀ ਰੂਪ ਦੇ ਵਿੱਚ ਨਾ ਤਾਂ ਇੱਥੇ ਮਾਈਂਡ ਅਪਲਾਈ ਹੋਇਆ, ਬਿਊਰੋਕਰੇਸੀ ਵੀ ਬੈਠ ਕੇ ਇੱਥੇ DPI ਵੱਲੋਂ ਇਹ ਚਿੱਠੀ ਗਈ ਹੋਈ ਹੈ ਉਹਨਾਂ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ, ਅਤੇ ਨਾ ਬਿਊਰੋਕਰੇਟਿਕ ਲੈਵਲ 'ਤੇ ਨਾ ਪੋਲੀਟੀਕਲ ਲੈਵਲ 'ਤੇ ਇਹ ਬਿਨਾਂ ਸੋਚੇ ਸਮਝੇ ਜਾਰੀ ਕੀਤੀ ਗਈ ਚਿੱਠੀ ਹੈ। ਨਾ ਸਾਨੂੰ ਜ਼ਮੀਨੀ ਹਕੀਕਤ ਦਾ ਪਤਾ ਹੈ, ਅਤੇ ਨਾ ਸਾਡਾ ਕੋਈ, ਮੇਰਾ ਖਿਆਲ ਹੈ, ਪੰਜਾਬ ਨਾਲ ਅਤੇ ਪੰਜਾਬ ਦੇ ਉਹਨਾਂ ਬੱਚਿਆਂ ਦੇ ਨਾਲ, ਪੰਜਾਬ ਦੇ ਉਹਨਾਂ ਮਾਪਿਆਂ ਦੇ ਨਾਲ ਕੋਈ ਲਗਾਅ ਹੈ। ਕਿਉਂਕਿ ਨਾ ਇਹਨਾਂ ਦੇ ਬੱਚੇ ਉਹਨਾਂ ਕਾਲਜਾਂ 'ਚ ਪੜ੍ਹਦੇ ਨੇ, ਨਾ ਇਹਨਾਂ ਦੇ ਬੱਚੇ ਇਸ ਪਾਸੇ ਵੱਲ ਜਾਣ ਦੀ ਕੋਈ ਉਮੀਦ ਹੈ, ਕਿਉਂਕਿ ਉਹਨਾਂ ਦੇ ਬੱਚੇ ਹਾਈ ਜੈਂਟਰੀ ਦੇ ਨੇ, ਕਿਤੇ ਹੋਰ ਪੜ੍ਹਦੇ ਨੇ, ਫੋਰਨ ਦੇ ਵਿੱਚ ਸੈਟਲਡ ਨੇ। ਤੁਸੀਂ ਵੀ ਲੰਮਾ ਮੱਤਾ ਪੈਸਾ ਇਕੱਠਾ ਕੀਤਾ ਹੋਇਆ ਅਤੇ ਚੱਜ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਾਓਗੇ, ਤੁਸੀਂ ਇਹਨਾਂ ਕਾਲਜਾਂ 'ਚ ਕਿਉਂ ਪੜ੍ਹਾਓਗੇ? ਅਤੇ ਇਹ ਕਾਲਜ ਮਰਦੇ ਨੇ, ਮਰਦੇ ਰਹਿਣ। ਕੇਵਲ ਲੋਕਾਂ ਨੂੰ ਦਿਖਾਉਣਾ ਹੈ ਵੋਟ ਐਂਗਲ ਤੋਂ, ਕਿਉਂਕਿ 22 'ਚ ਤੁਸੀਂ ਜਾਣਾ, ਵੋਟਾਂ 'ਚ ਤੁਸੀਂ ਦਿਖਾਉਣਾ ਅਸੀਂ 14 ਨਵੇਂ ਕਾਲਜ ਖੋਲ੍ਹ ਰਹੇ ਹਾਂ। ਉਹ 14 ਨਵੇਂ ਕਾਲਜ ਕਿਹਦੀ ਕਾਸਟ 'ਤੇ ਖੋਲ੍ਹ ਰਹੇ ਹੋ? ਪੁਰਾਣੇ ਕਾਲਜ ਬੰਦ ਕਰਕੇ ਖੋਲ੍ਹ ਰਹੇ ਹੋ, ਪੁਰਾਣੇ ਕਾਲਜਾਂ 'ਚ ਟੀਚਰਾਂ ਤੋਂ ਬਿਨਾਂ ਬੱਚਿਆਂ ਦੀ ਪੜ੍ਹਾਈ ਦੀ ਬਰਬਾਦੀ ਕਰਕੇ ਖੋਲ੍ਹ ਰਹੇ ਹੋ, ਅਤੇ ਪੁਰਾਣੇ ਕਾਲਜਾਂ ਨੂੰ ਨਵਿਆਉਣ ਦੇ ਵਾਸਤੇ ਤੁਹਾਡੇ ਕੋਲ ਕੀ ਪ੍ਰੋਗਰਾਮ ਹੈ? ਇਹ ਦਿੱਤੇ ਬਿਨਾਂ ਜਿਹੜਾ ਇਹ ਜਿਸ ਢੰਗ ਦੇ ਨਾਲ ਇਹ ਲੈਟਰ ਜਾਰੀ ਹੋਇਆ, ਇਹ ਲੈਟਰ ਤੁਰੰਤ ਵਾਪਸ ਲੈਣ ਦੀ ਲੋੜ ਹੈ। ਔਰ ਇਹ ਲੈਟਰ ਹੀ ਇਕੱਲਾ ਵਾਪਸ ਲੈਣ ਦੀ ਲੋੜ ਨਹੀਂ, ਸਮੁੱਚੇ ਟੀਚਰਾਂ ਦੀ ਤਨਖਾਹ ਜਿਹੜੀ ਹੈ, ਜਦ ਹੁਣ ਤੱਕ ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਇੱਕ ਰੂਲ ਹੈ, ਇੱਕ ਨਿਯਮ ਬਣਿਆ ਹੋਇਆ, ਇੱਕੋ ਜਿਹੇ ਕੰਮ ਬਦਲੇ ਇੱਕੋ ਜਿਹੀ ਤਨਖਾਹ ਮਿਲਦੀ ਹੈ, ਅਤੇ ਇੱਕੋ ਜਿਹੇ ਕੰਮ ਬਦਲੇ ਇੱਕ ਟੀਚਰ ਨੂੰ 2 ਲੱਖ ਰੁਪਇਆ ਮਿਲਦਾ ਅਤੇ ਦੂਜੇ ਨੂੰ 21,600 ਰੁਪਇਆ। ਇਹ ਕਿਹੜਾ ਅਸੂਲ ਹੈ, ਕਿਹੜਾ ਕੰਟਰੀ ਹੈ ਜਿੱਥੇ ਸੰਵਿਧਾਨ ਤੇ ਕਾਨੂੰਨ ਬਰਾਬਰ ਦਾ ਲਾਗੂ ਨਹੀਂ ਹੋ ਰਿਹਾ? ਅਤੇ ਉਹ ਕਿਵੇਂ ਮੰਨਿਆ ਜਾਏਗਾ ਕਿ ਤੁਸੀਂ ਕੋਈ ਕਾਨੂੰਨ ਸੰਵਿਧਾਨ ਦੇ ਮੁਤਾਬਕ ਸਰਕਾਰਾਂ ਚਲਾ ਰਹੇ ਹੋ? ਇਹ ਬਹੁਤ ਵੱਡੇ ਸਵਾਲ ਨੇ ਸਰਕਾਰਾਂ 'ਤੇ, ਇਖਲਾਕੀ ਵੀ, ਕਾਨੂੰਨੀ ਵੀ, ਸੰਵਿਧਾਨਕ ਵੀ। ਇਹਨਾਂ ਵੱਡੇ ਸਵਾਲਾਂ ਨੂੰ ਐਡਰੈਸ ਕਰਨ ਦਾ ਸਵਾਲ ਹੈ। ਇਸੇ ਲਈ ਸਿੱਖਿਆ, ਸਿਹਤ ਅਤੇ ਰੁਜ਼ਗਾਰ ਇਹ ਬਹੁਤ ਬੁਨਿਆਦੀ ਮੁੱਦੇ ਨੇ, ਇਹ ਫੰਡਾਮੈਂਟਲ ਰਾਈਟ ਦੇ ਦਾਇਰੇ ਦੇ ਵਿੱਚ ਆਉਣੇ ਚਾਹੀਦੇ ਨੇ। ਔਰ ਇਸ ਵਿਆਪਕ ਚੌਕਟੇ ਦੇ ਵਿੱਚ ਇਹ ਮੂਵਮੈਂਟ ਨੂੰ ਐਡਰੈਸ ਕਰਨ ਦੀ ਲੋੜ ਹੈ। ਇਹ ਜਿਹੜਾ ਟੈਕਨੀਕਲ ਡਿਸੀਜਨ ਹੈ ਇਹਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਹੁਣੀ ਕਹਿ ਕੇ ਹਟੇ ਹੋ, ਸਿੱਖਿਆ, ਸਿਹਤ ਇਹ ਬੁਨਿਆਦੀ ਮੁੱਦੇ ਨੇ। ਸਿੱਖਿਆ ਦੀ ਗੱਲ ਤਾਂ ਹੋ ਗਈ, ਜੇਕਰ ਗੱਲ ਕਰੀਏ ਸਿਹਤ ਦੀ, ਮੌਜੂਦਾ ਸਮੇਂ ਪੰਜਾਬ 'ਚ ਕਰੋਨਾ ਦੇ ਕੇਸ ਬਹੁਤ ਵੱਧਦੇ ਜਾ ਰਹੇ ਨੇ ਅਤੇ ਸੂਬਾ ਸਰਕਾਰ ਲੋਕਾਂ ਨੂੰ ਉਸ ਕਿਸਮ ਦੀਆਂ ਸੇਵਾਵਾਂ ਨਹੀਂ ਦੇ ਪਾ ਰਹੀ ਜਿਹੋ ਜਿਹੀਆਂ ਦੇਣੀਆਂ ਚਾਹੀਦੀਆਂ ਨੇ। ਆਕਸੀਜਨ ਬੈੱਡਾਂ ਨੂੰ ਲੈ ਕੇ, ਵੈਂਟੀਲੇਟਰਾਂ ਨੂੰ ਲੈ ਕੇ ਹਾਹਾਕਾਰ ਮਚ ਰਿਹਾ ਹੈ। ਆਕਸੀਜਨ ਦੀ ਮੰਗ ਵਧੀ ਹੋਈ ਹੈ ਪਰ ਆਕਸੀਜਨ ਪੂਰੀ ਨਹੀਂ ਕੀਤੀ ਜਾ ਰਹੀ। ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸੂਬਾ ਸਰਕਾਰ ਕਿਵੇਂ ਦੀਆਂ ਸੇਵਾਵਾਂ ਦੇ ਪਾ ਰਹੀ ਹੈ ਲੋਕਾਂ ਨੂੰ? ਨਹੀਂ, ਹੈ ਹੀ ਨਹੀਂ। ਜੇ ਸੂਬੇ ਦੀ ਵੀ ਆਪਾਂ ਗੱਲ ਦੇਖੀਏ, ਪਹਿਲਾਂ ਤਾਂ ਗਵਰਨਮੈਂਟ ਆਫ ਇੰਡੀਆ ਦੀ ਇਹਦੇ 'ਤੇ ਸਭ ਤੋਂ ਬੜੀ ਜ਼ਿੰਮੇਵਾਰੀ ਹੈ। ਉਹਦਾ ਕਾਰਨ ਇਹ ਹੈ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਜਿਹੜਾ ਹੈ ਉਹਦੇ ਤਹਿਤ ਟੋਟਲ ਦੀ ਟੋਟਲ ਜ਼ਿੰਮੇਵਾਰੀ ਗਵਰਨਮੈਂਟ ਆਫ ਇੰਡੀਆ ਕੋਲ ਹੈ। ਸਾਰੇ ਅਧਿਕਾਰ ਕੁਦਰਤੀ ਆਫਤ ਹੋਵੇ ਜਾਂ ਮਨੁੱਖੀ ਆਫਤ ਹੋਵੇ, ਉਸ ਕਾਨੂੰਨ ਦੇ ਤਹਿਤ ਗਵਰਨਮੈਂਟ ਆਫ ਇੰਡੀਆ ਕੋਲ ਚਲੇ ਜਾਂਦੇ ਨੇ। ਜਦੋਂ ਅਧਿਕਾਰ ਤੁਹਾਡੇ ਕੋਲ ਚਲੇ ਜਾਂਦੇ ਨੇ ਤਾਂ ਫੈਸਲਾ ਅਤੇ ਜ਼ਿੰਮੇਵਾਰੀ ਤੁਹਾਡੀ ਜ਼ਿਆਦਾ ਬਣ ਜਾਂਦੀ ਹੈ। ਇਸ ਲਈ ਆਕਸੀਜਨ ਦਾ ਪ੍ਰਬੰਧ ਕਰਨਾ, ਬੈੱਡ ਦਾ ਪ੍ਰਬੰਧ ਕਰਨਾ, ਵੈਂਟੀਲੇਟਰ ਦਾ ਪ੍ਰਬੰਧ ਕਰਨਾ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਵਾਲ ਹੈ, ਜਿਵੇਂ ਲਾਸ਼ਾਂ ਗੰਗਾ 'ਚ ਤਰ ਰਹੀਆਂ ਨੇ, ਜਿਵੇਂ ਲੋਕ ਬਾਹਰ ਮਤਲਬ ਬਿਲਕ ਰਹੇ ਨੇ, ਬਾਹਰ ਪਏ ਕਿ ਉਹਨਾਂ ਨੂੰ ਬੈੱਡ ਨਹੀਂ ਲੱਭ ਰਿਹਾ ਅਤੇ ਆਕਸੀਜਨ ਤੋਂ ਬਿਨਾਂ ਮੌਤਾਂ ਹੋ ਰਹੀਆਂ ਨੇ। ਅਤੇ ਉਹਦੇ 'ਤੇ ਇੱਕ ਬੜਾ ਵੱਡਾ ਸੋਸ਼ਲ ਮੀਡੀਆ 'ਤੇ ਇੱਕ
ਆਇਆ ਇੱਕ ਪੇਜ ਆਊਟਲੁੱਕ ਦਾ ਮੰਨਿਆ ਜਾਂਦਾ, ਇਸ ਵਾਰ ਉਹਨਾਂ ਨੇ ਆਪਣੇ ਪੇਜ ਤੇ ਵੀ ਪਾਇਆ ਹੋਇਆ, ਇੱਕ ਵੱਡੇ ਟਾਈਟਲ ਤੇ ਲਿਖਿਆ ਹੋਇਆ ਮਿਸਿੰਗ। ਜੀ ਮਿਸਿੰਗ ਕੌਣ ਹੈ? ਗਵਰਨਮੈਂਟ ਆਫ ਇੰਡੀਆ। ਲੱਭ ਕੌਣ ਰਹੇ ਨੇ? ਦੇਸ਼ ਦੇ ਲੋਕ, ਨਾਗਰਿਕ ਜਿਹੜੇ ਲੱਭ ਰਹੇ ਨੇ। ਤੇ ਉਹ ਸਾਰੀਆਂ ਚੀਜ਼ਾਂ ਨੇ ਤਾਂ ਸ਼ਾਇਦ ਵੱਡੇ ਵਿਦਵਾਨਾਂ ਦੇ ਆਰਟੀਕਲ ਨੇ ਜਿਹੜੇ ਉਸ ਲੈਵਲ ਦੇ ਉੱਤੇ ਕਿ ਸਾਰੇ ਕਰੋਨਾ ਮਹਾਮਾਰੀ ਦੇ ਵਿੱਚ ਗਵਰਨਮੈਂਟਾਂ ਮਿਸਿੰਗ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਨੂੰ ਲੱਭਣ ਤੇ ਉਹਨਾਂ ਨੂੰ ਤਲਾਸ਼ਣ ਦਾ ਇੱਕ ਸਵਾਲ ਹੈ। ਇਹ ਬਹੁਤ ਬੜਾ ਵਿਅੰਗ ਨਹੀਂ ਹੈ ਔਰ ਇਹ ਢਾਂਚੇ ਦੇ ਉੱਤੇ ਇੱਕ ਕਟਾਕਸ ਹੈ, ਬਹੁਤ ਸੀਰੀਅਸ ਕਟਾਕਸ ਹੈ ਤੇ ਜਿਹਦੇ ਕਰਕੇ ਗਵਰਨਮੈਂਟਾਂ ਨੂੰ ਦੇਖਣਾ ਚਾਹੀਦਾ। ਔਰ ਸਾਡੇ ਦੇਖੋ ਤੁਸੀਂ ਇਹ ਕਹਿ ਰਹੇ ਨੇ ਕਿ 350 ਵੈਂਟੀਲੇਟਰ ਆਇਆ ਪੀਐਮ ਕੇਅਰ ਫੰਡ ਚੋਂ, ਉਹ 90% ਖਰਾਬ ਹੈ ਜੀ। ਉਹ ਅੱਜ ਤਾਂ ਆਇਆ ਨਹੀਂ, ਉਹ ਵੈਂਟੀਲੇਟਰ ਆਇਆ ਪਹਿਲਾਂ ਜਦੋਂ ਕਰੋਨਾ ਪਿਛਲੇ ਸਾਲ ਸ਼ੁਰੂ ਹੋਇਆ ਸੀ ਔਰ ਸਤੰਬਰ ਮਹੀਨੇ ਤੋਂ, ਸਤੰਬਰ 2020 ਤੋਂ ਇਹ ਰੌਲਾ ਪੈ ਰਿਹਾ ਕਿ ਉਹ ਵੈਂਟੀਲੇਟਰ ਖਰਾਬ ਨੇ ਜੀ। ਜੇ ਉਹ ਵੈਂਟੀਲੇਟਰ ਖਰਾਬ ਨੇ, ਉਹਨਾਂ ਨੇ ਤਾਂ ਗਲਤ ਦੇ ਹੀ ਦਿੱਤੇ, ਤੁਸੀਂ ਉਹ ਵੈਂਟੀਲੇਟਰ ਵਾਪਸ ਕਿਉਂ ਨਹੀਂ ਕੀਤੇ ਜੀ? ਤੁਸੀਂ ਉਹ ਸਟੋਰ 'ਚ ਕਿਉਂ ਸੁੱਟ ਕੇ ਰੱਖੇ? ਜੇ ਸਟੋਰ 'ਚ ਸੁੱਟ ਕੇ ਰੱਖੇ ਤੇ ਵਾਪਸ ਨਹੀਂ ਕੀਤੇ ਤਾਂ ਅੱਜ ਤੁਸੀਂ ਕਹਿੰਦੇ ਉਹਨੂੰ ਰਿਪੇਅਰ ਕਰਾਉਣੀ ਹੈ, ਅੱਜ ਤੱਕ ਰਿਪੇਅਰ ਕਿਉਂ ਨਹੀਂ ਕਰਾਏ? ਇਹ ਕਿਹਦੀ ਜ਼ਿੰਮੇਵਾਰੀ ਸੀ? ਹੁਣ ਜਦੋਂ ਤੁਹਾਡੇ ਤੇ ਪ੍ਰੈਸ਼ਰ ਇੰਨਾ ਪੈ ਗਿਆ, ਹੁਣ ਰਿਪੇਅਰ ਹੋਣਗੇ, ਉਹ ਰਿਪੇਅਰ ਹੋਣ ਲਾਇਕ ਹੈਗੇ ਵੀ ਜਾਂ ਨਹੀਂ? ਤੁਸੀਂ ਕਿਹੜੀ ਕੰਪਨੀ ਨੂੰ ਪੁੱਛਿਆ ਕਿ ਉਹ ਰਿਪੇਅਰ ਹੋ ਵੀ ਸਕਦੇ ਨੇ? ਜੇ ਉਹਦੇ 'ਚ ਕੋਈ ਬੁਨਿਆਦੀ ਨੁਕਸ ਹੈ ਤਾਂ ਰਿਪੇਅਰੇਬਲ ਚੀਜ਼ ਕਿਵੇਂ ਹੈ ਜੇ ਬੁਨਿਆਦੀ ਨੁਕਸ ਹੋਵੇ? ਇਸ ਲਈ ਇਸ ਮਾਮਲੇ ਦੇ ਵਿੱਚ ਜਿਹੜੀ ਬਿਊਰੋਕ੍ਰੇਸੀ ਹੈ, ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ, ਈਵਨ ਚੀਫ ਮਿਨਿਸਟਰ ਤੱਕ ਹੀ ਸਭ ਦੀ ਜ਼ਿੰਮੇਵਾਰੀ ਹੈ, ਕੋਈ ਇਹਦੇ 'ਚੋਂ ਭੱਜ ਨਹੀਂ ਸਕਦਾ ਤੇ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਤੇ ਉਹ ਲੋਕਾਂ ਦੇ ਜੋ ਨੁਕਸਾਨ ਹੋਇਆ ਉਹਦੇ ਅਸਲ 'ਚ ਕਤਲਾਂ ਦੇ ਵੀ ਜ਼ਿੰਮੇਵਾਰ ਉਹ ਅਧਿਕਾਰੀ ਨੇ ਸਾਰੇ। ਇੱਕ ਵੱਡੇ ਪੱਧਰ ਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਔਰ ਉਹ ਜਵਾਬਦੇਹੀ ਤੋਂ ਬਿਨਾਂ ਚੀਜ਼ਾਂ ਸੁਧਰ ਨਹੀਂ ਸਕਦੀਆਂ। ਨਹੀਂ ਤਾਂ ਤੁਸੀਂ ਕਹੋਗੇ ਲਓ ਜੀ, ਜੇ ਮੰਨ ਲਓ ਮਹੀਨੇ 2 ਮਹੀਨੇ ਬਾਅਦ ਉਹ ਠੀਕ ਵੀ ਹੋ ਗਏ, ਹੁਣ ਠੀਕ ਹੋ ਗਏ, ਉਹ ਠੀਕ ਕਰਾ ਕੇ ਜਿਹੜੇ ਪਿੱਛੇ ਨੁਕਸਾਨ ਹੋ ਗਿਆ, ਜਿਹੜੇ ਉਹਨਾਂ ਤੋਂ ਬਿਨਾਂ ਜਿਨ੍ਹਾਂ ਨੂੰ ਵੈਂਟੀਲੇਟਰ ਚਾਹੀਦਾ ਸੀ ਬਚ ਸਕਦੇ ਸੀ, ਜਿਹੜੇ ਉਹ ਨਹੀਂ ਬਚੇ, ਉਹਨਾਂ ਦੀ ਜ਼ਿੰਮੇਵਾਰੀ ਕੌਣ ਲਏਗਾ? ਉਹ ਕਿਸੇ ਤੇ ਤਾਂ ਜ਼ਿੰਮੇਵਾਰੀ ਪੈਣੀ ਚਾਹੀਦੀ ਹੈ ਨਾ। ਇਸ ਕਰਕੇ ਇਹਦੇ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਇਹਦੇ ਤੇ ਬਹੁਤ ਸੀਰੀਅਸਲੀ ਸੋਚਣ ਦਾ ਸਵਾਲ ਹੈ। ਇਹ ਮੁੱਦੇ ਅਸਲ 'ਚ ਜਨਤਕ ਮੁੱਦੇ ਬਣਨੇ ਚਾਹੀਦੇ ਨੇ। ਜਿੰਨਾ ਚਿਰ ਇਹ ਮੁੱਦੇ ਸਿਆਸੀ ਮੁੱਦੇ ਨਹੀਂ ਬਣਦੇ, ਚੋਣਾਂ 'ਚ ਨਹੀਂ ਇਹਦੇ ਨਾਲ ਜੁੜਦੀਆਂ, ਉਨਾ ਚਿਰ ਸਿਆਸਤਦਾਨ ਗੰਭੀਰ ਨਹੀਂ ਹੁੰਦਾ। ਸਿਆਸਤਦਾਨ ਕੁਝ ਭਾਵਕ ਮੁੱਦਿਆਂ ਤੇ ਚੋਣਾਂ 'ਚ ਵੋਟਾਂ ਲੈ ਜਾਂਦਾ ਤੇ ਬਾਕੀ ਦੀਆਂ ਗੱਲਾਂ ਛੱਡ ਦਿੰਦਾ। ਤੇ ਹੁਣ ਭਾਵਕਤਾ ਸਭ ਤੋਂ ਵੱਧ ਮੇਰਾ ਖਿਆਲ ਹੈ ਜਦੋਂ ਲੋਕਾਂ ਦੇ ਆਪਣੇ ਬੰਦੇ ਮਰ ਰਹੇ ਨੇ ਤੇ ਉਹਨਾਂ ਤੇ ਹੀ ਕੇਂਦਰਿਤ ਹੈ। ਇਹ ਕਿੰਨਾ ਅਸਰ ਪਾਏਗੀ ਸਿਆਸਤ ਤੇ, ਸਿਆਸਤਦਾਨ ਨੂੰ ਇਹਦੇ ਤੋਂ ਸਮਝਣਾ ਚਾਹੀਦਾ ਔਰ ਠੀਕ ਦਿਸ਼ਾ ਵੱਲ ਇੱਕ ਪਾਲਿਸੀ ਬਣੇ ਤੇ ਪਾਲਿਸੀ ਤੇ ਅਮਲ ਹੋਵੇ ਜੀ। ਹਮੀਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ 'ਚ ਆਏ ਨੂੰ ਅੱਜ 7 ਸਾਲ ਦੇ ਕਰੀਬ ਸਮਾਂ ਬੀਤ ਚੁੱਕਿਆ ਹੈ ਤੇ ਉਹਨਾਂ ਵੱਲੋਂ ਪਹਿਲੇ ਦਿਨ ਤੋਂ ਲਏ ਗਏ ਫੈਸਲਿਆਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ। ਚਾਹੇ ਉਹ ਨੋਟਬੰਦੀ ਕੀਤੀ ਗਈ, ਉਸ ਤੋਂ ਬਾਅਦ ਨਾਗਰਿਕਤਾ ਸੋਧ ਬਿੱਲ ਲਿਆਂਦਾ ਗਿਆ, ਕਰੋਨਾ ਵਾਇਰਸ ਦੀ ਪਹਿਲੀ ਲਹਿਰ ਆਈ, ਜਿਹੜਾ ਹੈਗਾ ਕਿਸਾਨ ਅੰਦੋਲਨ ਚੱਲਿਆ, ਫਿਰ ਦੂਜੀ ਲਹਿਰ ਆ ਗਈ। ਹੁਣ ਇਹ ਸਾਰੀ ਚੀਜ਼ਾਂ ਦਾ ਵਿਰੋਧ ਹੁੰਦਾ ਰਿਹਾ ਵੀ ਕਿ ਕੇਂਦਰ ਸਰਕਾਰ ਆਪਣੀ ਕਾਰਗੁਜ਼ਾਰੀ ਨਹੀਂ ਦਿਖਾ ਪਾ ਰਹੀ ਤੇ ਹੁਣ ਭਾਜਪਾ ਹੋਵੇ ਚਾਹੇ ਆਰਐਸਐਸ, ਉਹ ਪ੍ਰਧਾਨ ਮੰਤਰੀ ਮੋਦੀ ਦੇ ਜਿਹੜੇ ਅਕਸ ਤੇ ਸਵਾਲ ਖੜੇ ਹੋਏ ਨੇ ਉਹਨੂੰ ਸੁਧਾਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਕਈ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ। ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਬਿਲਕੁਲ ਇਹ ਕੋਸ਼ਿਸ਼ ਹੈ। ਟੀਵੀ ਚੈਨਲਾਂ ਤੇ ਬਹਿਸਾਂ 'ਚ ਵੀ ਖਾਸ ਬੰਦੇ ਭੇਜੇ ਜਾ ਰਹੇ ਨੇ, ਅਖਬਾਰਾਂ 'ਚ ਆਰਟੀਕਲ ਕੇਂਦਰੀ ਮੰਤਰੀਆਂ ਦੇ ਨਾਂ ਤੇ ਛਪਵਾਏ ਜਾ ਰਹੇ ਨੇ ਔਰ ਈਵਨ ਇੱਕ ਤਾਂ ਕਈ ਬੀਜੇਪੀ ਦੇ ਮੰਤਰੀਆਂ ਪਲੱਸ ਵੱਡੇ ਲੀਡਰਾਂ ਦੇ ਸਾਂਝੇ ਦਸਤਖਤਾਂ ਹੇਠ ਇੱਕ ਸੋਸ਼ਲ ਮੀਡੀਆ ਤੇ ਤੁਰਿਆ ਫਿਰਦਾ ਆਰਟੀਕਲ ਹੈ ਕਿ ਉਹ ਇਹ ਦੱਸ ਰਹੇ ਨੇ ਕਿ ਮੋਦੀ ਸਾਹਿਬ 18-18 ਘੰਟੇ ਕੰਮ ਕਰਦੇ ਨੇ, ਬਹੁਤ ਅਣਥੱਕ ਬੰਦੇ ਨੇ ਤੇ ਇਹ ਸਾਰੀਆਂ ਗੱਲਾਂ ਤਾਂ ਸਵਾਲ ਠੀਕ ਹੈ। ਕੋਈ ਇਹ ਥੋੜੀ ਸਵਾਲ ਕਰ ਰਿਹਾ ਕਿ ਉਹ 18 ਘੰਟੇ ਕੰਮ ਕਰਦੇ ਨੇ ਜਾਂ 20 ਘੰਟੇ ਜਾਂ 10 ਘੰਟੇ ਜਿੰਨਾ ਮਰਜ਼ੀ ਹੈ। ਉਹ ਜਿਹੜਾ ਇੱਕ ਕੰਮ ਕਰਨ ਦਾ ਸਵਾਲ ਹੈ ਉਹਦਾ ਰਿਜ਼ਲਟ ਕੀ ਹੈ, ਲੋਕ ਰਿਜ਼ਲਟ ਦੇਖਣਾ ਚਾਹੁੰਦੇ ਨੇ। ਪੰਜਾਬੀ 'ਚ ਇੱਕ ਕਹਾਵਤ ਬੜੀ ਆਮ ਦਿਖਾਈ ਜਾਂਦੀ ਹੈ ਕਿ ਜੰਗਲ ਦਾ ਸ਼ੇਰ ਜਿਹੜਾ ਸੀ ਉਹ ਕਦੇ ਛੁੱਟੀ ਚਲਾ ਗਿਆ, ਛੁੱਟੀ ਕਰਕੇ ਬਾਅਦ ਦੇ ਵਿੱਚ ਬਾਂਦਰ ਨੂੰ ਉਹਦਾ ਚਾਰਜ ਦੇ ਗਿਆ ਕਿ ਤੁਸੀਂ ਕਰੋ। ਉਹ ਕਹਿੰਦੇ ਨੇ ਕੋਈ ਬਾਘ ਆ ਕੇ ਉਹਦਾ ਲੂੰਬੜੀ ਦਾ ਜਾਂ ਕਿਸੇ ਦਾ ਬੱਚਾ ਲੈ ਗਿਆ ਚੱਕ ਕੇ ਤੇ ਉਹਨੇ ਆ ਕੇ ਫਰਿਆਦ ਕੀਤੀ ਉਹਦੇ ਕੋਲੇ ਵੀ ਬਾਦਸ਼ਾਹ ਜੀ ਹੁਣ ਤੁਸੀਂ ਬਾਦਸ਼ਾਹ ਤੇ ਮੇਰਾ ਬੱਚਾ ਲਿਆਓ ਤੇ ਉਹਨੂੰ ਲੱਗਿਆ ਵੀ ਹੁਣ ਉਹ ਮੇਰੇ ਕਹੇ ਤੇ ਤਾਂ ਦੇ ਨਹੀਂ, ਮੇਰੇ ਤੋਂ ਤਾਂ ਜ਼ਿਆਦਾ ਤਾਕਤਵਰ ਹੈ। ਬਾਂਦਰ ਕਰੇ ਤੇ ਇੱਧਰਲੇ ਮਤਲਬ ਟਾਣੇ ਤੋਂ ਉੱਧਰਲੇ ਟਾਣੇ ਤੇ ਇੱਧਰਲੇ ਦਰਖਤ ਤੋਂ ਉੱਧਰਲੇ ਦਰਖਤ ਤੇ ਕਾਫੀ ਚੀਜ਼ਾਂ ਦੇਖੀ ਗਏ ਤੇ ਉਹਨੇ ਮੁੜ ਕੇ ਕਿਹਾ ਵੀ ਤੁਸੀਂ ਦੱਸੋ ਤਾਂ ਸਹੀ, ਕਰੋ ਤਾਂ ਸਹੀ, ਮੇਰੇ ਤਾਂ ਬੱਚੇ ਦੀ ਜਾਨ ਖਤਰੇ ਦੇ ਵਿੱਚ ਹੈ। ਉਹ ਕਹਿੰਦਾ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ, ਮੈਂ ਸਵੇਰ ਤੋਂ ਭੱਜ ਨੱਠ ਕਰਦਾ, ਹਫਿਆ ਬੈਠਾ ਤੇ ਤੁਸੀਂ ਅਜੇ ਕਹਿ ਰਹੇ ਹੋ ਮੈਂ ਕੁਝ ਕਰ ਨਹੀਂ ਰਿਹਾ।
ਉਹ ਕਹਿੰਦੇ ਤੇਰੀ ਭੱਜ ਨੱਠ ਤੋਂ ਕੀ ਲੈਣਾ ਭਾਈ ਸਾਹਿਬ, ਤੇ ਮੇਰਾ ਤਾਂ ਬੱਚਾ ਮਰ ਜਾਏਗਾ। ਲੋਕਾਂ ਦੇ ਬੰਦੇ ਮਰ ਰਹੇ ਨੇ, ਲੋਕਾਂ ਦੇ ਜਵਾਕ ਮਰ ਰਹੇ ਨੇ, ਬਹੁਤ ਪਿਆਰੇ ਸੱਜਣ, ਕਿਸੇ ਦੀ ਮਾਂ ਕਿਸੇ ਦਾ ਬਾਪ ਮਰ ਰਿਹਾ ਹੈ, ਤੇ 18 ਘੰਟੇ ਕੰਮ ਕਰਨ ਦਾ ਉਹਨਾਂ ਨੂੰ ਲੇਸ, ਕੱਟੇ ਨੂੰ ਮੰਨ ਲਓ ਦੁੱਧ ਦਾ ਕੀ ਲੇਸ ਹੈ। ਇਹ ਪੰਜਾਬੀ ਦਾ ਇੱਕ ਉਸ ਲੈਵਲ ਦਾ ਮੁਹਾਵਰਾ ਹੈ। ਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਦੇ ਚੋਂ? ਇਸ ਲਈ ਐਂ ਛਵੀਆਂ ਨਹੀਂ ਬਣਦੀਆਂ ਹੁੰਦੀਆਂ ਜਿਵੇਂ ਤੁਸੀਂ ਕਹਿੰਦੇ ਹੋ ਪਹਿਲਾਂ ਦੇ ਤਰੀਕੇ ਨਾਲ ਬਣ ਗਈਆਂ। ਪਹਿਲਾਂ ਉਹ ਤਾਂ ਬਣ ਗਈਆਂ ਕਿਉਂਕਿ ਐਡਾ ਵੱਡਾ ਸੰਕਟ ਹਰ ਘਰ ਘਰ ਸੰਕਟ ਨਹੀਂ ਸੀ ਆਇਆ ਜੀ। ਇਹ ਹੁਣ ਹਰ ਦੂਜੇ ਘਰ ਦਾ ਸੰਕਟ ਹੈ, ਹਰ ਘਰ ਘਰ ਸੰਕਟ ਹੈ, ਤੇ ਲੋਕਾਂ ਦੇ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ ਬਹੁਤ ਬੁਰੀ ਤਰ੍ਹਾਂ। ਉਦੋਂ ਜੇ ਸਰਕਾਰੀ ਤੰਤਰ ਸਰਗਰਮ ਨਾ ਦਿਖੇ, ਜੇ ਸਰਕਾਰੀ ਤੰਤਰ ਫਲॉप ਨਜ਼ਰ ਆਏ, ਪ੍ਰਾਈਵੇਟ ਲੋਕ ਤਾਂ ਇਹ ਕਹਿੰਦੇ ਨੇ, ਕਦੇ ਸੋਨੂ ਸੂਦ ਕਹਿੰਦਾ ਕਿ ਮੈਂ ਜਿੱਥੇ ਵੀ ਕਾਲ ਆਉਂਦੀ ਅਸੀਂ ਆਕਸੀਜਨ ਪਹੁੰਚਾ ਦਿੰਦੇ ਹਾਂ, ਕਦੇ ਗੁਰਦੁਆਰੇ ਕਹਿੰਦੇ ਨੇ ਸਾਰੇ ਕਿਤੇ ਕਿ ਅਸੀਂ ਇੰਨੇ ਬੈੱਡਾਂ ਤੇ ਆਕਸੀਜਨ ਲਾਤੀ ਹੈ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਜੇ ਉਹਨਾਂ ਕੋਲੋਂ ਆਕਸੀਜਨ ਆ ਸਕਦੀ ਹੈ, ਉਹਨਾਂ ਕੋਲੋਂ ਵੈਂਟੀਲੇਟਰ ਆ ਸਕਦੇ ਨੇ, ਉਹਨਾਂ ਕੋਲ ਇਹ ਚੀਜ਼ਾਂ ਆ ਸਕਦੀਆਂ ਨੇ, ਤਾਂ ਸਰਕਾਰ ਕਿੱਥੇ ਹੈ? ਉਹਦੇ ਹੱਥ ਖੜੇ ਕਿਉਂ ਨੇ? ਇਹਦਾ ਮਤਲਬ ਸਿਸਟਮ ਜਾਮ ਹੈ। ਉਹ ਜਾਮ ਸਿਸਟਮ ਨੂੰ ਤੁਸੀਂ ਧੱਕਾ ਲਾ ਕੇ ਜਾਲੀ ਢੰਗ ਦੇ ਨਾਲ ਲੋਕਾਂ 'ਚ ਇਮੇਜ ਨਹੀਂ ਬਣਾ ਸਕਦੇ। ਇਮੇਜ ਜਾਲੀ ਢੰਗ ਨਾਲ ਤਾਂ ਬਣਦਾ ਹੁੰਦਾ ਜੇ ਲੋਕਾਂ ਨੂੰ ਭੁਲੇਖਾ ਹੋਵੇ, ਸਾਰੇ ਲੋਕ ਉਹਦੇ 'ਚ ਇਨਵੋਲਵ ਨਾ ਹੋਣ। ਹੁਣ ਇਹ ਕਰਨ ਦੀ ਬਜਾਏ ਗਲਤੀ ਮੰਨ ਕੇ ਨਵੇਂ ਸਿਰਿਓਂ ਸੁਧਾਰ ਲਓ, ਕਿ ਨਵੇਂ ਸਿਰਿਓਂ ਐਕਟਿਵ ਹੋ ਜਾਓ ਥੋੜ੍ਹੇ ਜਿਹੇ, ਤਾਂ ਕਿ ਲੋਕਾਂ ਨੂੰ ਕੋਈ ਭਰੋਸਾ ਬਣੇ ਲੋਕਾਂ ਦਾ। ਆਹ ਸਾਰੀਆਂ ਬੇਭਰੋਸਗੀ ਦੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਲੋਕਾਂ ਕੋਲ ਆਪਣੇ ਬੰਦਿਆਂ ਦੀ ਸੰਸਕਾਰ ਕਰਨ ਲਈ ਪੈਸਾ ਨਾ ਹੋਵੇ, ਤਾਂ ਉਹ ਪਾਣੀਆਂ ਦੇ ਵਿੱਚ ਆਪਣੀਆਂ ਲਾਸ਼ਾਂ ਤਰਨ ਦਿੰਦੇ ਨੇ। ਨਹੀਂ ਤਾਂ ਕੌਣ ਭਾਲਦਾ? ਸਾਡੇ ਵਰਗੇ ਦੇਸ਼ ਦੇ ਵਿੱਚ ਲੋਕ ਇੰਨੇ ਸਮੇਂ ਬਾਅਦ ਵੀ ਆਪਣੇ ਬੰਦਿਆਂ ਦੀਆਂ ਕ੍ਰਿਮੇਸ਼ਨ ਆਪ ਕਰਨਾ ਚਾਹੁੰਦੇ ਨੇ, ਤੇ ਜੋ ਲਾਸ਼ਾਂ ਐਦੂ ਮਾੜੀ ਹਾਲਤ ਤਾਂ ਕਦੇ ਹੋ ਨਹੀਂ ਸਕਦੀ ਕਿਸੇ ਵੀ ਰੂਪ ਦੇ ਵਿੱਚ। ਇਸ ਲਈ ਅਕਸ ਸੁਧਾਰੋ ਕੰਮ ਕਰਕੇ, ਤੇ ਕੰਮ ਕਰਨ ਦੇ ਲਈ ਲੋਕਾਂ ਦੇ ਵਿੱਚ ਹੌਲੀ ਹੌਲੀ ਜਾਓ। ਤੁਹਾਡੇ ਐਮਪੀ, ਤੁਹਾਡੇ ਮੰਤਰੀ, ਤੁਹਾਡੇ ਬਾਕੀ ਬੰਦੇ ਲੋਕਾਂ 'ਚ ਜਾਣ, ਲੋਕਾਂ 'ਚ ਜਾ ਕੇ ਉੱਥੇ ਉਹਨਾਂ ਦੇ ਹਸਪਤਾਲਾਂ ਦੇ ਦੌਰੇ ਕਰਨ। ਜੇ ਨਹੀਂ ਚੀਜ਼ ਮਿਲ ਰਹੀ ਤੇ ਉਹਨਾਂ ਨੂੰ ਪੁੱਛਣ ਕਿ ਕਿਉਂ ਨਹੀਂ ਚੀਜ਼ ਮਿਲ ਰਹੀ, ਲੋਕ ਬਿਲਕ ਰਹੇ ਨੇ ਉਸ ਮਾਮਲੇ 'ਚ, ਫਿਰ ਤਾਂ ਕੋਈ ਇਮੇਜ ਸੁਧਰ ਸਕਦਾ। ਨਹੀਂ ਤਾਂ ਇਮੇਜ ਜਾਲੀ ਤਰੀਕੇ ਨਾਲ ਸੁਧਰਨ ਦਾ ਬਹੁਤ ਟਾਈਮ ਹੋ ਗਿਆ, 7 ਸਾਲ 'ਚ ਸੁਧਾਰ ਲਿਆ, ਸ਼ਾਇਦ ਅੱਗੇ ਨਹੀਂ ਸੁਧਰਨਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।